ਸੱਜਣੋ ਤੇ ਮਿੱਤਰੋ, ਕੀ ਹਾਲ ਹੈ? ਤੁਹਾਡਾ ਵੀਰ ਫਕੀਰ ਹਾਜ਼ਰ ਹੈ। ਤੁਸੀਂ ਸੋਚ ਰਹੇ ਹੋਗੇ ਕਿ ਇਹਦੇ ਚਿਹਰੇ 'ਤੇ ਅੱਜ ਮੁਸਕਰਾਹਟ ਕਿਉਂ ਹੈ, ਹੱਸਿਆ ਕਿਉਂ? ਪਹਿਲੇ ਮੈਂ ਹੱਸਿਆ ਇਸ ਵਾਸਤੇ ਹਾਂ ਕਿ ਪਾਕਿਸਤਾਨ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਦੂਜੇ ਨੰਬਰ 'ਤੇ ਆ ਗਿਆ ਹੈ। ਅੰਦਾਜ਼ਾ ਕਰੋ, ਖੁਸ਼ੀ ਵਾਲੀ ਗੱਲ ਨਹੀਂ, ਹੱਸਣ ਵਾਲੀ ਗੱਲ ਨਹੀਂ ਕਿ ਪਾਕਿਸਤਾਨ ਦੂਜੇ ਨੰਬਰ 'ਤੇ ਪੂਰੀ ਦੁਨੀਆ ਵਿੱਚੋਂ, ਔਰ ਉਹਨੇ ਸਾਊਦੀਆ ਔਰ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਖੁਸ਼ੀ ਵਾਲੀ ਗੱਲ ਤਾਂ ਹੈ ਨਾ ਜੀ। ਮੇਰਾ ਮਤਲਬ ਕਹਿਣ ਦਾ ਇਹ ਵੇ ਕਿ ਦੁਬਈ ਲੀਕਸ ਜਿਹੜੀਆਂ ਆਈਆਂ ਨੇ ਪ੍ਰਾਪਰਟੀ ਦੇ ਹਵਾਲੇ ਨਾਲ, ਜਿਹਦੇ ਵਿੱਚ ਕੋਈ ਪੂਰੀ ਦੁਨੀਆ ਦੇ ਸਹਾਫੀਆਂ ਨੇ ਰਲ ਕੇ ਇਹਦੇ 'ਤੇ ਇਨਵੈਸਟੀਗੇਸ਼ਨ ਕੀਤੀ ਹੈ ਅਤੇ ਉਹਨਾਂ ਨੇ ਇਹ ਰਿਪੋਰਟ ਕੱਢੀ ਹੈ ਬਾਹਰ। ਪੂਰੀ ਦੁਨੀਆ ਦੇ ਲੋਕ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਦੁਬਈ ਦੇ ਵਿੱਚ ਨੇ, ਅਤੇ ਪਾਕਿਸਤਾਨ ਦੇ ਵੀ ਕਾਫੀ ਸਾਰੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਦੁਬਈ ਦੇ ਵਿੱਚ ਮੌਜੂਦ ਨੇ। ਗੱਲ ਹੱਸਣ ਵਾਲੀ ਹੈ, ਗੱਲ ਖੁਸ਼ੀ ਵਾਲੀ ਹੈ ਕਿ ਚਲੋ ਕਿਸੇ ਥਾਂ 'ਤੇ ਤਾਂ ਪਾਕਿਸਤਾਨ ਦੂਜੇ ਨੰਬਰ 'ਤੇ ਆਇਆ ਹੈ ਨਾ, ਭਾਵੇਂ ਪ੍ਰਾਪਰਟੀ 'ਚ ਆ ਗਿਆ, ਸੁਭਾਨ ਅੱਲਾ। ਤੁਸੀਂ ਵੀ ਕਹੋ, ਦੁਬਈ ਦੇ ਵਿੱਚ ਪਾਕਿਸਤਾਨੀ 17,000 ਬੰਦਾ ਹੈ ਮੁਰਸ਼ਦ, 2300 ਜਿਹੜੀ ਹੈ ਉਹ ਪ੍ਰਾਪਰਟੀ ਹੈ। ਠੱਠ ਆਇਆ ਕਿ ਨਹੀਂ? ਜਿਹਦੇ ਵਿੱਚ ਜਨਾਬ ਸਿਆਸਤਦਾਨ ਨੇ, ਬਿਊਰੋਕਰੇਟ ਨੇ, ਰਿਟਾਇਰਡ ਫੌਜੀ ਨੇ, ਕੁਝ ਡਾਕਟਰ ਨੇ, ਕੁਝ ਬਿਜ਼ਨਸਮੈਨ ਨੇ, ਕੁਝ, ਔਰ ਇਹ ਤਕਰੀਬਨ 400 ਅਰਬ ਡਾਲਰ ਦੀਆਂ ਜਾਇਦਾਦਾਂ ਬਣਦੀਆਂ ਜੇ। ਅੰਦਾਜ਼ਾ ਕਰ ਲਓ ਗੱਲ ਹੱਸਣ ਵਾਲੀ ਹੈ ਜਾਂ ਨਹੀਂ। ਜਿਹਦੇ ਵਿੱਚ ਜਨਾਬ ਮਿਲਟਰੀ ਅਫਸਰ ਨੇ ਰਿਟਾਇਰ, ਅਤੇ ਆਸਫ ਜ਼ਰਦਾਰੀ ਦੇ ਤਿੰਨੋਂ ਬੱਚਿਆਂ ਦੇ ਬਾਰੇ ਕਿਹਾ ਜਾ ਰਿਹਾ ਹੈ। ਉਹਦੇ ਵਿੱਚ ਜਨਾਬ ਮੋਹਸਿਨ ਨਕਵੀ ਦੀ ਸਾਬਕਾ ਵਜ਼ੀਰ ਆਲਾ ਜਿਹੜਾ ਪੰਜਾਬ ਹੈ, ਉਹਦੀ ਅਹਿਲੀਆ ਜਿਹੜੀ, ਉਹਦੀ ਬੇਗਮ ਜਿਹੜੀ ਹੈ, ਉਹਦੇ ਬਾਰੇ ਵੀ ਕਿਹਾ ਜਾ ਰਿਹਾ ਹੈ। ਸ਼ਰਜੀਲ ਮੇਮਨ ਦੀ ਫੈਮਿਲੀ ਹੈ, ਫੈਸਲ ਵਾਡਾ ਦੀ ਫੈਮਿਲੀ ਹੈ, ਫਰਾ ਗੋਗੀ ਹੈ, ਸ਼ੇਰ ਅਫਜ਼ਲ ਮਰਵਤ ਹੈ, ਹਸਨ ਨਵਾਜ਼ ਹੈ, ਸ਼ਰੀਫ ਫੈਮਿਲੀ ਹੈ, ਔਰ ਉਹਦੇ ਵਿੱਚ ਇੱਕ ਡਾਕਟਰ ਨੇ, ਉਹਦੇ ਵਿੱਚ ਆਜ਼ਾਦ ਕਸ਼ਮੀਰ ਦਾ ਮੁਬੈਨਾ ਤੌਰ 'ਤੇ ਇੱਕ ਹਾਜ਼ਰ ਡਿਊਟੀ IG ਹੈ, ਔਰ ਇੱਕ ਰਾਵਲਪਿੰਡੀ ਦਾ ਡਾਕਟਰ ਹੈ ਜਿਹਦਾ ਗੁਰਦਿਆਂ ਦਾ ਧੰਦਾ ਸੀ। ਹੁਣ ਉਹ ਸਹੀ ਸੀ ਜਾਂ ਗਲਤ ਸੀ, ਗੁਰਦਿਆਂ ਦਾ ਉਹਦਾ ਹਸਪਤਾਲ ਸੀ, ਅਤੇ ਉਹਦਾ ਨਾਮ ਵੀ ਹੈ। ਅਤੇ ਉਸ ਤੋਂ ਇਲਾਵਾ ਜਨਾਬ ਤੁਹਾਨੂੰ ਦੱਸਦੇ ਹਾਂ ਕਿ ਇੱਕ ਜਰਨਲ, 4 ਲੈਫਟੀਨੈਂਟ ਜਰਨਲ, 6 ਮੇਜਰ ਜਨਰਲ, 3 ਏਅਰ ਮਾਰਸ਼ਲ ਰਿਟਾਇਰਡ, ਆਜ਼ਾਦ ਕਸ਼ਮੀਰ ਦਾ ਹਾਜ਼ਰ ਡਿਊਟੀ IG, ਔਰ OGDCL ਦਾ ਹਾਜ਼ਰ ਡਿਊਟੀ ਮੌਜੂਦਾ ਚੇਅਰਮੈਨ ਜਿਹੜਾ ਹੈ, ਉਹ ਇਹਨਾਂ ਸਾਰਿਆਂ ਦੀਆਂ ਜਾਇਦਾਦਾਂ ਦੁਬਈ ਦੇ ਵਿੱਚ ਨਿਕਲੀਆਂ ਜਾ। ਪਾਕਿਸਤਾਨ ਦੇ ਵਿੱਚ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਲੜ ਕੇ ਅਤੇ ਬੰਦੇ ਮਰਵਾ ਕੇ ਅਤੇ ਉਹਨਾਂ ਬਿਜਲੀ ਵੀ ਸਸਤੀ ਕਰਵਾ ਲਈ ਅਤੇ ਜਨਾਬ ਆਟਾ ਵੀ ਸਸਤਾ ਕਰਵਾ ਲਿਆ। ਪੰਜਾਬ ਵਾਲੇ ਜਿਹੜੇ ਨੇ ਇਹਨਾਂ ਦੇ ਉੱਤੇ ਮਜ਼ੀਦ ਬਿਜਲੀ ਦਾ ਬੋਝ ਪਾ ਦਿੱਤਾ ਗਿਆ ਜਨਾਬ, ਅਤੇ ਆਟਾ ਵੀ ਇੱਥੇ ਉਸ ਤਰ੍ਹਾਂ ਸਸਤਾ ਨਹੀਂ ਹੋਇਆ ਜਿਸ ਤਰ੍ਹਾਂ ਆਜ਼ਾਦ ਕਸ਼ਮੀਰ ਵਿੱਚ ਹੋਇਆ ਜੀ। ਇਹ ਸਾਡੇ ਜਰਨੈਲ ਅਤੇ ਜੱਜ, ਕੁਝ ਤਾਂ ਜਿਹੜੇ ਨੇ ਜਰਨੈਲ ਜਿਹੜੇ ਨੇ ਉਹ ਜਨਾਬ ਦੁਬਈ ਸਾਹਮਣੇ ਆ ਗਿਆ, ਅਤੇ ਬਾਕੀ ਜਿਹੜੇ ਜਰਨੈਲ ਨੇ ਉਹ ਜਨਾਬ ਕੋਈ ਪੀਜ਼ਾ ਚਲਾ ਰਿਹਾ ਹੈ, ਅਤੇ ਕੋਈ ਜਨਾਬ ਕਿਧਰੇ ਆਪਣੇ ਫਾਰਮ ਹਾਊਸਿਸ ਲੈ ਕੇ ਬੈਠਾ ਹੈ, ਕੋਈ ਯੂਰਪ ਇੰਜੋਏ ਕਰ ਰਿਹਾ ਹੈ, ਕੋਈ ਬਹਰਹਾਲ ਆਪਣੀ ਜ਼ਿੰਦਗੀ ਦੀ ਉਹ ਲੋਕ ਚੱਸ ਲੈਂਦੇ ਪਏ। ਇਸ ਜ਼ਿੰਦਗੀ 'ਤੇ ਚੱਸ ਲੈਂਦੇ ਪਏ ਨੇ, ਅਤੇ ਅੱਗੇ ਜਿੱਥੇ ਜਾਣਗੇ ਫਿਰ ਉੱਥੇ ਉਹ ਵੇਖ ਲੈਣਗੇ ਉੱਥੇ ਉਹਨਾਂ ਨਾਲ ਕੀ ਹੁੰਦਾ। ਅਤੇ ਇਸ ਟਾਈਮ ਬਹਰਹਾਲ ਆਪਣੀ ਜ਼ਿੰਦਗੀ ਦੀ ਚੱਸ ਸਹੀ ਚਾਹ ਰਹੇ ਨੇ। ਰਿਟਾਇਰਡ ਜੱਜ, ਰਿਟਾਇਰਡ ਜਰਨੈਲ, ਰਿਟਾਇਰਡ ਜਨਾਬ ਸਿਆਸਤਦਾਨ, ਹਾਜ਼ਰ ਡਿਊਟੀ ਸਿਆਸਤਦਾਨ, ਰਿਟਾਇਰਡ ਬਿਊਰੋਕਰੇਟ। ਹਾ ਜਿੱਡੀ ਮਜ਼ੇ ਦੀ ਠੱਠ ਦੀ ਜ਼ਿੰਦਗੀ ਇਹਨਾਂ ਦੀ ਹੈ ਨਾ ਸੱਜਣੋ, ਤੁਹਾਨੂੰ ਮੈਂ ਕੀ ਦੱਸਾਂ। ਸਹੀ ਜ਼ਿੰਦਗੀ ਦੀ ਚੱਸ ਜਿਹੜੀ ਲੈਂਦੇ ਪਏ ਨਾ, ਇਹ ਲੋਕ ਲੈ ਰਹੇ। ਸਾਡੇ ਵਰਗਾ ਤਬਕਾ ਜਿਹੜਾ ਮਿਡਲ ਕਲਾਸ ਤਬਕਾ ਜਿਹੜਾ ਕਿ ਜਿਹਨੇ ਉਹਨਾਂ ਕਮਾਉਣਾ ਹੈ ਜਿੰਨਾ ਉਸ ਰਾਤ ਨੂੰ ਸ਼ਾਮ ਨੂੰ ਖਾ ਲੈਣਾ ਹੈ, ਬਲਕਿ ਅੱਜ ਕੱਲ੍ਹ ਤਾਂ ਉਹਦੇ ਵਿੱਚ ਵੀ ਨਹੀਂ ਉਹਦਾ ਗੁਜ਼ਾਰਾ ਹੁੰਦਾ ਪਿਆ, ਉਸ ਇੱਥੇ ਰੁਲਣਾ। ਬਾਕੀ ਮੁੜੋ ਨਿਸਾ ਨਿਆਂ ਇਹ ਹੀ ਹੁੰਦਾ ਹੈ
ਕਿ ਭਾਈ ਇਹ ਪਾਕਿਸਤਾਨ ਕਲਮੇ ਦੇ ਨਾਂ 'ਤੇ ਬਣਿਆ ਅਤੇ ਇਹਨੂੰ ਅੱਲਾ ਦੀ ਖੈਰ ਇਹਨੂੰ ਕੁਝ ਨਹੀਂ ਹੁੰਦਾ। ਅਸੀਂ ਇਸੇ ਗੱਲ 'ਤੇ ਹੀ ਰਹਿਣਾ। ਸਾਡੇ ਸਿਆਸਤਦਾਨਾਂ ਨੂੰ ਅਤੇ ਸਾਡੇ ਰਿਟਾਇਰਡ ਜਰਨੈਲਾਂ ਨੂੰ ਅਤੇ ਸਾਡੇ ਇਹ ਜਿਹੜੀ ਅਸ਼ਰਾਫੀਆ ਹੈ ਜਿਹੜੀ ਇਸ ਮੁਲਕ ਦੇ ਉੱਤੇ ਕਾਬਜ਼ ਹੈ, ਉਸ ਨੂੰ ਪਤਾ ਨਹੀਂ ਕਦੋਂ ਸ਼ਰਮ ਆਉਣੀ ਹੈ। ਮੈਨੂੰ ਤਾਂ ਬਹਰਹਾਲ ਇਸ ਸਾਰੇ ਸਿਸਟਮ ਦੀ ਸਮਝ ਨਹੀਂ ਆਉਂਦੀ। ਜੇ ਅਗਰ ਤੁਹਾਨੂੰ ਸਮਝ ਆਵੇ ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਮੈਨੂੰ ਵੀ ਬੜੀ ਮਿਹਰਬਾਨੀ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਅਤੇ ਕੱਲ੍ਹ ਨੂੰ ਫਿਰ ਆਪਣਾ ਕੋਈ ਇਸੇ ਤਰ੍ਹਾਂ ਦੀ ਰੰਡੀ ਰੋਣਾ ਅਸੀਂ ਬਹਿ ਕੇ ਰੋਵਾਂਗੇ 5-7 ਮਿੰਟ 8 ਮਿੰਟ ਤੁਹਾਡੇ ਨਾਲ। ਖੁਦਾ ਹਾਫਿਜ਼।